ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਹੈ ਜੀ ਤੁਹਾਡਾ ਇਸ ਨਵੇਂ YouTube ਚੈਨਲ 'ਤੇ। ਅੱਜ ਆਪਾਂ ਕਰਾਂਗੇ ਜੀ ਪਾਰਟ 3 ਆਫ ਦਾ ਇੰਡੀਅਨ ਕੌਂਸਟੀਟਿਊਸ਼ਨ। ਜਿਵੇਂ ਆਪਣੀ ਕੌਂਸਟੀਟਿਊਸ਼ਨ ਦੇ ਵਿੱਚ ਟੋਟਲ 22 ਪਾਰਟਸ ਨੇ ਨਾ, ਹੁਣ 25 ਨੇ। ਪਹਿਲਾਂ 22 ਸੀ, ਹੁਣ 25 ਮੰਨੇ ਜਾਂਦੇ ਹੈਗੇ। ਕਿ ਜਿਵੇਂ ਫਸਟ ਪਾਰਟ ਹੈ ਜਿਹੜਾ ਉਹ ਹੈਗਾ ਯੂਨੀਅਨ ਐਂਡ ਇਟਸ ਟੈਰੀਟਰੀਜ਼। ਜਿਹੜਾ ਸੈਕਿੰਡ ਪਾਰਟ ਹੈ ਉਹ ਹੈਗਾ ਸਿਟੀਜ਼ਨਸ਼ਿਪ ਬਾਰੇ। ਫਸਟ ਪਾਰਟ ਹੈਗਾ 1 ਤੋਂ 4 ਆਰਟੀਕਲ ਤੱਕ ਆ, ਅਤੇ ਜਿਹੜਾ ਸੈਕਿੰਡ ਪਾਰਟ ਉਹ 5 ਤੋਂ 11 ਆਰਟੀਕਲ ਤੱਕ ਆ, ਜਿਹਦੇ ਵਿੱਚ ਸਿਟੀਜ਼ਨਸ਼ਿਪ ਬਾਰੇ ਦੱਸਿਆ ਗਿਆ। ਅਤੇ ਜਿਹੜਾ ਪਾਰਟ 3 ਹੈ ਉਹ ਹੈਗਾ ਜੀ ਫੰਡਾਮੈਂਟਲ ਰਾਈਟਸ, ਯਾਨੀ ਕਿ ਮੌਲਿਕ ਅਧਿਕਾਰ। ਜਿਹੜਾ ਪਾਰਟ 3 ਹੈ ਕੌਂਸਟੀਟਿਊਸ਼ਨ ਦਾ, ਉਹਦੇ ਵਿੱਚ ਕਿੰਨੇ ਆਰਟੀਕਲ ਨੇ ਜੀ? ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ ਇਹਦੇ ਵਿੱਚ ਇਨਕਲੂਡਡ ਨੇ ਜੀ। ਅਤੇ ਪਰ ਅਗਰ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਮੌਲਿਕ ਅਧਿਕਾਰ ਕਿੰਨੇ ਤੋਂ ਕਿੰਨੇ ਅਨੁਛੇਦ ਤੱਕ ਨੇ, ਕਿੰਨੇ ਤੋਂ ਕਿੰਨੇ ਆਰਟੀਕਲ ਤੱਕ ਨੇ, ਤਾਂ ਉਹ ਹੈਗਾ ਜੀ ਆਰਟੀਕਲ 14 ਤੋਂ ਲੈ ਕੇ ਆਰਟੀਕਲ 32 ਤੱਕ। ਮੌਲਿਕ ਅਧਿਕਾਰਾਂ ਦੀ ਜੇ ਆਪਾਂ ਗੱਲ ਕਰੀਏ, ਫੰਡਾਮੈਂਟਲ ਰਾਈਟਸ ਦੀ ਗੱਲ ਕਰੀਏ, ਕਿੱਥੋਂ ਬੋਰੋ ਕੀਤੇ ਗਏ ਨੇ? ਬੋਰੋ ਮਤਲਬ ਆਪਾਂ ਜਿਹੜਾ ਇੰਡੀਆ ਦਾ ਕੌਂਸਟੀਟਿਊਸ਼ਨ ਹੈ ਨਾ, ਸੰਵਿਧਾਨ ਹੈ, ਉਹ ਵੱਖਰੇ ਵੱਖਰੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਲੈ ਕੇ ਮਤਲਬ ਜੋ ਜੋ ਉਹਨਾਂ ਨੂੰ ਚੰਗੀਆਂ ਲੱਗੀਆਂ ਤਾਂ ਉਹ ਚੀਜ਼ਾਂ ਇਹਦੇ ਵਿੱਚ ਐਡ ਕਰ ਲਈਆਂ ਗਈਆਂ, ਤਾਂ ਹੀ ਉਧਾਰ ਲਿਆ ਗਿਆ, ਇਹਨੂੰ ਸੰਵਿਧਾਨ ਕਿਹਾ ਜਾਂਦਾ ਆ। ਤਾਂ ਇਹ ਜਿਹੜਾ ਫੀਚਰ ਹੈ ਫੰਡਾਮੈਂਟਲ ਰਾਈਟਸ ਦਾ ਫੀਚਰ ਹੈ, ਉਹ ਕਿੱਥੋਂ ਬੋਰੋ ਕੀਤਾ ਸੀ? USA ਤੋਂ। ਆੜਾ ਅਧਿਕਾਰ, ਆੜਾ ਅਮਰੀਕਾ, ਐਵੇਂ ਯਾਦ ਕਰ ਲੈਣਾ ਜੀ। ਆੜਾ ਅਧਿਕਾਰ ਤੇ ਆੜਾ ਅਮਰੀਕਾ, ਐਵੇਂ ਯਾਦ ਕਰ ਲੈਣਾ ਆ ਕਿ ਜਿਹੜੇ ਮੌਲਿਕ ਅਧਿਕਾਰ ਨੇ ਉਹ ਕਿੱਥੋਂ ਉਧਾਰੇ ਲਏ ਗਏ, ਕਿੱਥੋਂ ਬੋਰੋ ਕੀਤੇ ਗਿਆ? ਅਮਰੀਕਾ ਤੋਂ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਸੰਯੁਕਤ ਰਾਜ ਅਮਰੀਕਾ ਤੋਂ। ਹੁਣ ਆਪਾਂ ਗੱਲ ਕਰਦੇ ਕਿ ਇਹਨਾਂ ਨੂੰ ਫੰਡਾਮੈਂਟਲ ਕਿਉਂ ਕਿਹਾ ਜਾਂਦਾ ਆ? ਵਟ ਇਜ਼ ਫੰਡਾਮੈਂਟਲ? ਕਿ ਇਹਨਾਂ ਦਾ ਨਾਮ ਇਕੱਲਾ ਰਾਈਟਸ ਕਿਉਂ ਨਹੀਂ ਰੱਖਿਆ ਗਿਆ, ਫੰਡਾਮੈਂਟਲ ਕਿਉਂ ਰੱਖਿਆ ਗਿਆ? ਕਿਉਂਕਿ ਇਹਨਾਂ ਦਾ ਨੇਚਰ ਹੈ ਜਿਹੜਾ ਉਹ ਫੰਡਾਮੈਂਟਲ ਆ। ਜੋ ਕਿ ਗੌਰਮੈਂਟ ਦਾ ਕੀ ਕੰਮ ਹੁੰਦਾ ਜੀ? ਇੱਕ ਚੰਗੀ ਗਵਰਨੈਂਸ ਪ੍ਰੋਵਾਈਡ ਕਰਨੀ, ਜਿਹਦੇ ਵਿੱਚ ਕੀ ਹੈ ਇੱਕ ਫੰਡਾਮੈਂਟਲ ਲਾਅ ਆਫ ਦੀ ਲੈਂਡ ਬਣ ਜਾਂਦੇ ਆ ਇਹ ਜਿਹੜੇ ਰਾਈਟਸ ਆ। ਮਤਲਬ ਇਹਨਾਂ ਨੂੰ ਕੀ ਆ, ਸੰਵਿਧਾਨ ਦੁਆਰਾ ਪ੍ਰੋਟੈਕਸ਼ਨ ਦਿੱਤੀ ਹੈ। ਫੰਡਾਮੈਂਟਲ ਰਾਈਟਸ ਨੂੰ ਕੌਂਸਟੀਟਿਊਸ਼ਨ ਦੁਆਰਾ ਪ੍ਰੋਟੈਕਟ ਕੀਤਾ ਜਾਂਦਾ ਅਤੇ ਗਰੰਟੀ ਦਿੱਤੀ ਜਾਂਦੀ ਹੈ ਕਿ ਆਪਾਂ ਨੂੰ ਗਰੰਟੀ ਨਾਲ ਇਹ ਰਾਈਟਸ ਜਿਹੜੇ ਮਿਲਦੇ ਹੀ ਮਿਲਦੇ ਆ ਹਮੇਸ਼ਾ, ਠੀਕ ਹੈ। ਇਸੇ ਲਈ ਇਹਨਾਂ ਨੂੰ ਫੰਡਾਮੈਂਟਲ ਕਿਹਾ ਜਾਂਦਾ ਆ। ਸਭ ਤੋਂ ਵੱਡੀ ਗੱਲ ਹੈ ਕਿ ਇਹ ਕੀ ਹੁੰਦੇ ਆ? ਜਸਟਿਸੇਬਲ ਹੁੰਦੇ ਆ। ਜੇ ਆਪਣੇ ਕਿਸੇ ਵੀ ਫੰਡਾਮੈਂਟਲ ਰਾਈਟਸ ਦੀ ਕੋਈ ਉਲੰਘਣਾ ਹੁੰਦੀ ਹੈ ਨਾ, ਤਾਂ ਆਪਾਂ ਕੋਰਟ ਜਾ ਸਕਦੇ ਹਾਂ। ਆਰਟੀਕਲ 32 ਦੇ ਅੰਡਰ, ਆਰਟੀਕਲ 32 ਦੇ ਅੰਡਰ ਆਪਾਂ ਸੁਪਰੀਮ ਕੋਰਟ ਜਾਂਦੇ ਹਾਂ ਜੀ, ਅਤੇ 226 ਆਰਟੀਕਲ ਦੇ ਅੰਡਰ ਆਪਾਂ ਹਾਈ ਕੋਰਟ ਜਾਂਦੇ ਹਾਂ ਜੀ। ਕਿਉਂਕਿ ਜਿਹੜਾ ਇਹ ਦੋ ਆਰਟੀਕਲ ਯਾਦ ਰੱਖਣੇ ਆ, ਆਰਟੀਕਲ 32 ਅਤੇ ਆਰਟੀਕਲ 226। ਜੇ ਸੁਪਰੀਮ ਕੋਰਟ ਆਪਾਂ ਆਪਣੇ ਅਧਿਕਾਰਾਂ ਦੀ, ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ, ਤਾਂ ਆਪਾਂ ਆਰਟੀਕਲ 32 ਦੇ ਅੰਡਰ ਸੁਪਰੀਮ ਕੋਰਟ ਜਾਵਾਂਗੇ। ਅਗਰ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਅਤੇ ਆਪਾਂ ਹਾਈ ਕੋਰਟ ਜਾਣਾ, ਤਾਂ ਉਹ ਆਪਾਂ ਆਰਟੀਕਲ 226 ਦੇ ਅੰਡਰ ਜਾਵਾਂਗੇ। ਅਤੇ ਨੈਕਸਟ ਗੱਲ, ਜਿਹੜਾ ਇਹ ਪਾਰਟ 3 ਹੈ ਜੀ ਇਸ ਕੌਂਸਟੀਟਿਊਸ਼ਨ ਦਾ, ਆਪਣੇ ਭਾਰਤੀ ਸੰਵਿਧਾਨ ਦਾ ਭਾਗ 3 ਆ, ਜਿਹੜਾ ਕਿ ਮੌਲਿਕ ਅਧਿਕਾਰਾਂ ਨਾਲ, ਫੰਡਾਮੈਂਟਲ ਰਾਈਟਸ ਨਾਲ ਰਿਲੇਟਡ ਹੈ। ਇਹਨੂੰ ਕੀ ਕਿਹਾ ਜਾਂਦਾ ਹੈ? ਮੈਗਨਾ ਕਾਰਟਾ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਆ। ਇਹਨੂੰ ਮੈਗਨਾ ਕਾਰਟਾ ਕਿਹਾ ਗਿਆ ਜੀ ਭਾਰਤੀ ਸੰਵਿਧਾਨ ਦਾ। ਇਹਨੂੰ ਮੈਗਨਾ ਕਾਰਟਾ ਕਿਉਂ ਕਿਹਾ ਗਿਆ? ਕਿਉਂਕਿ ਕਿੰਗ ਜੌਨ ਸੀ ਜਿਹੜਾ ਇੰਗਲੈਂਡ ਦਾ, ਉਹਨੇ ਸਭ ਤੋਂ ਪਹਿਲੀ ਵਾਰੀ 1215 ਦੇ ਵਿੱਚ ਰਾਈਟਸ ਦਿੱਤੇ ਸੀਗੇ ਲੋਕਾਂ ਨੂੰ। ਉਹ ਕੀ ਸੀ, ਜਿਹੜੇ ਮਤਲਬ ਉਹਦੇ ਅਧਿਕਾਰ ਦੇ ਵਿੱਚ ਰਹਿ ਰਹੇ ਸੀ, ਉਹਨੂੰ ਚਾਰਟਰ ਆਫ ਰਾਈਟਸ ਕਿਹਾ ਗਿਆ ਸੀ। ਉਹ ਕਿ ਫਸਟ ਰਿਟਨ ਡਾਕੂਮੈਂਟ ਸੀਗਾ ਫੰਡਾਮੈਂਟਲ ਰਾਈਟਸ ਨਾਲ ਰਿਲੇਟਡ। ਇਸੇ ਕਰਕੇ ਇਹਨੂੰ ਕੀ ਕਹਿੰਦਾ? ਮੈਗਨਾ ਕਾਰਟਾ। ਤਾਂ ਅਗਰ ਪੁੱਛ ਲਿਆ ਜਾਵੇ ਕਿ ਸੰਵਿਧਾਨ ਦਾ ਮੈਗਨਾ ਕਾਰਟਾ ਕਿਹਨੂੰ ਕਿਹਾ ਜਾਂਦਾ, ਤਾਂ ਪਾਰਟ 3 ਨੂੰ ਕਿਹਾ ਗਿਆ ਜੀ, ਜਿਹਦੇ ਵਿੱਚ ਆਪਾਂ ਨੂੰ ਕੀ ਆ, ਫੰਡਾਮੈਂਟਲ ਰਾਈਟਸ ਆ ਜਿਹੜੇ ਦਿੱਤੇ ਗਏ ਆ। ਭਾਰਤੀ ਸੰਵਿਧਾਨ ਦੇ ਵਿੱਚ ਆਪਾਂ ਨੂੰ ਕੀ ਹੈ ਜੀ, ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਓਰੀਜਨਲੀ 7 ਫੰਡਾਮੈਂਟਲ ਰਾਈਟਸ ਦਿੱਤੇ ਗਏ ਸੀ। ਜਦੋਂ ਇਹ ਜਿਹੜਾ ਸੰਵਿਧਾਨ ਆ ਲਾਗੂ ਹੋਇਆ ਸੀ 26 ਜਨਵਰੀ 1950 ਨੂੰ, ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਜੀ, ਉਹਦੇ ਵਿੱਚ ਆਪਾਂ ਨੂੰ 7 ਫੰਡਾਮੈਂਟਲ ਰਾਈਟਸ ਦਿੱਤੇ ਗਏ ਸੀ। ਪਰ ਹੁਣ 6 ਨੇ। ਇਹ ਕੈਟਾਗਰਾਈਜ਼ ਕੀਤੇ ਗਏ ਆ, ਉਦੋਂ 7 ਫੰਡਾਮੈਂਟਲ ਰਾਈਟਸ ਸੀ, ਹੁਣ 6 ਨੇ। ਕਿਉਂਕਿ ਜਿਹੜਾ ਆਰਟੀਕਲ 31 ਹੈ, ਜਿਹਦੇ ਵਿੱਚ ਆਪਾਂ ਨੂੰ ਰਾਈਟ ਟੂ ਪ੍ਰੋਪਰਟੀ ਦਿੱਤਾ ਹੋਇਆ ਸੀ, ਉਹ ਕੀ ਹੁਣ ਡਿਲੀਟ ਕਰਤਾ ਬਾਏ 44 ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ 44ਵੀਂ ਸੋਧ ਦੁਆਰਾ, ਜੋ ਕਿ 1978 ਵਿੱਚ ਹੋਈ ਸੀ। ਉਹਦੇ ਦੁਆਰਾ ਇਹ ਜਿਹੜਾ ਰਾਈਟ ਟੂ ਪ੍ਰੋਪਰਟੀ ਹੈ, ਸੰਪੱਤੀ ਦਾ ਅਧਿਕਾਰ, ਜਾਇਦਾਦ ਦਾ ਅਧਿਕਾਰ, ਹੋ ਕੀ ਹੈ ਜੀ, ਡਿਲੀਟ ਕਰ ਦਿੱਤਾ। ਅਤੇ ਇਹਨੂੰ ਕੀ ਹੈ, ਇੱਕ ਲੀਗਲ ਜਾਂ ਕੌਂਸਟੀਟਿਊਸ਼ਨਲ ਰਾਈਟ ਬਣਾਤਾ ਆਰਟੀਕਲ 300A ਦੇ ਅੰਡਰ ਪਾਰਟ 12 ਦੇ ਵਿੱਚ ਹੈ ਜੀ। ਆਰਟੀਕਲ 31 ਕੀ ਆ, ਹੁਣ ਫੰਡਾਮੈਂਟਲ ਰਾਈਟ ਨਹੀਂ ਹੈਗਾ। ਮਤਲਬ ਅਗਰ ਜਿਵੇਂ ਫੰਡਾਮੈਂਟਲ ਰਾਈਟ ਕਿਉਂ ਨਹੀਂ ਹੈਗਾ? ਫੰਡਾਮੈਂਟਲ ਰਾਈਟ ਕੀ ਹੈ ਕਿ ਅਗਰ ਆਪਣੀ ਉਲੰਘਣਾ ਹੋ ਗਈ ਤਾਂ ਆਪਾਂ ਕੀ ਹੈ, ਕੋਰਟ ਚਲੇ ਜਾਵਾਂਗੇ। ਇਹ ਰਾਈਟ ਟੂ ਪ੍ਰੋਪਰਟੀ ਕੀ ਸੀ? ਪਹਿਲਾਂ ਫੰਡਾਮੈਂਟਲ ਰਾਈਟ ਬਣਾ ਦਿੱਤਾ ਗਿਆ ਸੀ ਕਿ ਜੀ ਜਾਇਦਾਦ ਰੱਖਣਾ ਸਾਡਾ ਇੱਕ ਮੌਲਿਕ ਅਧਿਕਾਰ ਹੈ। ਪਰ ਹੁਣ ਕਹਿੰਦੇ ਆ ਨਹੀਂ, ਇੱਕ ਸੰਵਿਧਾਨਿਕ ਅਧਿਕਾਰ ਹੈ ਜਾਂ ਲੀਗਲ ਅਧਿਕਾਰ ਹੈ ਕਿ ਅਗਰ ਕੋਈ ਕੋਈ ਇਹ ਨਹੀਂ ਕਹਿ ਸਕਦਾ ਹੈਗਾ ਕਿ ਮੇਰੇ ਕੋਲ ਤਾਂ ਜੀ ਪ੍ਰੋਪਰਟੀ ਹੈ ਨਹੀਂ, ਤਾਂ ਜੀ ਮੇਰਾ ਅਧਿਕਾਰ ਹੈ, ਮੌਲਿਕ ਅਧਿਕਾਰ ਹੈ ਕਿ ਮੇਰੇ ਕੋਲ ਪ੍ਰੋਪਰਟੀ ਹੋਵੇ, ਪ੍ਰੋਪਰਟੀ ਰੱਖਣ ਦਾ ਅਧਿਕਾਰ ਹੈ, ਤਾਂ ਇਹ ਮੈਨੂੰ ਪ੍ਰੋਪਰਟੀ ਦਿਓ। ਤਾਂ ਗੌਰਮੈਂਟ ਕਿਹਨੂੰ ਪ੍ਰੋਪਰਟੀ ਦੇਊਗੀ, ਹੈ ਨਾ। ਇਸੇ ਲਈ ਇਹ ਕੀ ਹੈ ਜੀ,
ਫੰਡਾਮੈਂਟਲ ਰਾਈਟ 'ਚੋਂ ਲੀਡ ਕਰ ਦਿੱਤਾ ਗਿਆ। ਅਤੇ ਹੁਣ ਕਿੰਨੇ ਫੰਡਾਮੈਂਟਲ ਰਾਈਟਸ ਨੇ ਆਪਣੇ ਕੋਲ? 6 ਨੇ। ਪਹਿਲਾਂ ਕਿੰਨੇ ਸੀ? 7 ਸੀ। ਅਤੇ ਹੁਣ ਅਗਰ ਆਪਾਂ ਪਾਰਟ 3 ਦੇ ਆਰਟੀਕਲ ਵਾਈਜ਼ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਪਾਰਟ 3 ਦੇ ਆਰਟੀਕਲ 12 ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਕੀ ਸਟੇਟ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਜਿਹਦੇ ਵੈਸੇ ਤਾਂ ਫੰਡਾਮੈਂਟਲ ਰਾਈਟਸ ਆ ਜਿਹੜੇ 14 ਤੋਂ 32 ਤੱਕ ਨੇ। 12 ਅਤੇ 13 ਹੈ ਜਿਹੜਾ ਇਹ ਕੀ ਹੈ, ਇੱਕ ਵੱਖਰੇ ਆਰਟੀਕਲ ਨੇ, ਪਾਰਟ 3 ਦਾ ਪਾਰਟ ਨੇਗੇ। ਅਗਰ ਆਪਾਂ ਨੂੰ ਪੁੱਛ ਲੈਣ ਤਾਂ ਮੌਲਿਕ ਅਧਿਕਾਰ ਕਿੱਥੋਂ ਕਿੱਥੋਂ ਤੱਕ ਨੇ ਤਾਂ 14 ਤੋਂ 32 ਹੈ ਜੀ। ਅਤੇ ਅਗਰ ਆਪਾਂ ਨੂੰ ਪੁੱਛ ਲੈਣ ਪਾਰਟ 3 ਕਿੱਥੋਂ ਤੱਕ ਹੈ, ਭਾਗ ਤੀਜਾ, ਉਹ 12 ਤੋਂ 35 ਹੈ। ਤਾਂ ਆਰਟੀਕਲ 12 ਹੈ ਜਿਹੜਾ, ਉਹਦੇ ਵਿੱਚ ਕੀ ਜੀ ਡੈਫੀਨੇਸ਼ਨ ਆਫ ਸਟੇਟ ਹੈ। ਸਟੇਟ ਦੀ ਡੈਫੀਨੇਸ਼ਨ ਦਿੱਤੀ ਗਈ। ਉਹ ਦੱਸਦੇ ਕਿ ਸਟੇਟ ਕੀ ਆ। ਉਹ ਕਹਿੰਦੇ ਆ ਵੀ ਸਟੇਟ ਦੇ ਵਿੱਚ ਕੀ ਕੁਛ ਇਨਕਲੂਡ ਹੁੰਦਾ ਹੈ। ਗੌਰਮੈਂਟ ਹੁੰਦੀ ਹੈ ਜੀ, ਪਾਰਲੀਮੈਂਟ ਆਫ ਇੰਡੀਆ ਜਿਹੜੀ ਆਪਣੀ ਲੋਕ ਸਭਾ ਰਾਜ ਸਭਾ ਉਹ ਇਨਕਲੂਡ ਹੁੰਦੀ ਹੈ। ਸਾਰੇ ਸਟੇਟਸ ਦੀਆਂ ਗਵਰਨਮੈਂਟ ਇਨਕਲੂਡ ਹੁੰਦੀਆਂ ਜੀ। ਸਟੇਟ ਲੈਜਿਸਲੇਚਰ ਯਾਨੀ ਕਿ ਵਿਧਾਨ ਸਭਾ, ਵਿਧਾਨ ਪਰਿਸ਼ਦ, ਸਾਰੀਆਂ ਲੋਕਲ ਅਥਾਰਟੀਜ਼ ਜਾਂ ਅਦਰ ਅਥਾਰਟੀਜ਼ ਜਿਹੜੀਆਂ ਵੀ ਇੰਡੀਅਨ ਗਵਰਨਮੈਂਟ ਦੇ ਅੰਡਰ ਆਉਂਦੀਆਂ, ਯਾਨੀ ਕਿ ਪੰਚਾਇਤਾਂ, ਮਿਊਨਸੀਪਲ ਕਮੇਟੀਆਂ ਵੀ, ਇਹ ਸਾਰਾ ਕੁਛ ਕੀ ਹੈ, ਸਟੇਟ ਹੈ, ਸਟੇਟ ਦੇ ਅੰਡਰ ਨੇਗੀਆਂ। ਠੀਕ ਹੈ ਜੀ। ਅੱਗੇ ਆਪਾਂ ਆਰਟੀਕਲ 13 ਦੀ ਗੱਲ ਕਰਦੇ ਹਾਂ। ਆਰਟੀਕਲ 13 ਕੀ ਹੈ, ਸਭ ਤੋਂ ਮੋਸਟ ਇੰਪੋਰਟੈਂਟ ਹੈ। ਇਹ ਕੀ ਜੁਡੀਸ਼ੀਅਲ ਰਿਵਿਊ ਦੀ ਗੱਲ ਕਰਦਾ ਹੈ। ਉਹ ਕਹਿੰਦਾ ਆ ਕਿ ਜੇ ਕੋਈ ਵੀ ਇਹੋ ਜਿਹਾ ਕਾਨੂੰਨ ਆ ਜਿਹੜਾ ਉਹ ਬਣਾਤਾ ਜਿਹਦੇ ਨਾਲ ਮੌਲਿਕ ਅਧਿਕਾਰਾਂ ਦੀ, ਫੰਡਾਮੈਂਟਲ ਰਾਈਟਸ ਦੀ ਕੀ ਹੈ ਜਿਹੜੀ ਇੰਪੋਰਟੈਂਸ ਆ ਉਹ ਘਟਦੀ ਹੈ, ਜਾਂ ਆਪਣੇ ਫੰਡਾਮੈਂਟਲ ਰਾਈਟਸ ਦੀ ਕੀ ਹੈ ਉਲੰਘਣਾ ਹੁੰਦੀ ਹੈ, ਤਾਂ ਉਹ ਕੀ ਆ, ਉਹ ਕਾਨੂੰਨ ਕੀ ਆ, ਅਵੋਇਡ ਕਰ ਦਿੱਤਾ ਜਾਵੇਗਾ। ਉਹ ਕਾਨੂੰਨ ਰੱਦ ਕੀਤਾ ਜਾਵੇਗਾ। ਉਹ ਕਾਨੂੰਨ ਖਤਮ ਮੰਨਿਆ ਜਾਵੇਗਾ। ਆਰਟੀਕਲ 13 ਦੇ ਅੰਡਰ ਜੇ ਸੰਸਦ ਨੇ ਕੋਈ ਵੀ ਇਹੋ ਜਿਹਾ ਕਾਨੂੰਨ ਬਣਾਤਾ ਜਿਹਦੇ ਨਾਲ ਆਪਣੇ ਕੀ ਹੈ ਫੰਡਾਮੈਂਟਲ ਰਾਈਟਸ ਕੀ ਹੈ ਉਹਦੀ ਕੀ ਹੈ ਇੰਪੋਰਟੈਂਸ ਘੱਟ ਰਹੀ ਹੈ, ਜਾਂ ਆਪਣੇ ਫੰਡਾਮੈਂਟਲ ਰਾਈਟਸ ਕੀ ਹੈ ਵਾਇਲੇਟ ਹੋ ਰਹੇ ਨੇ, ਤਾਂ ਉਹ ਕੀ ਹੈ ਕਾਨੂੰਨ ਰੱਦ ਕੀਤਾ ਜਾਊਗਾ ਬਾਏ ਸੁਪਰੀਮ ਕੋਰਟ ਔਰ ਹਾਈ ਕੋਰਟ। ਤੁਹਾਨੂੰ ਕੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੀ ਹੈ ਰੱਦ ਕਰ ਦਊਗੀ। ਇਹਦੇ ਵਿੱਚ ਜੁਡੀਸ਼ੀਅਲ ਰਿਵਿਊ ਦੀ ਆਉਂਦੀ ਹੈ ਕਿ ਜਿਹੜਾ ਜੁਡੀਸ਼ੀਅਲ ਰਿਵਿਊ ਆ ਉਹ ਕਿੱਥੋਂ ਲਿਆ ਗਿਆ, USA ਤੋਂ ਲਿਆ ਗਿਆ। ਆਪਾਂ ਫੰਡਾਮੈਂਟਲ ਰਾਈਟਸ ਵੀ USA ਤੋਂ ਲਏ ਅਤੇ ਜੁਡੀਸ਼ੀਅਲ ਰਿਵਿਊ ਕੀ ਹੈ ਉਹ ਵੀ USA ਤੋਂ ਲਿਆ ਗਿਆ। ਜੁਡੀਸ਼ੀਅਲ ਰਿਵਿਊ ਕੀ ਹੈ, ਇਹੀ ਹੈ ਕਿ ਅਗਰ ਕੋਈ ਪਾਰਲੀਮੈਂਟ ਨੇ ਕੋਈ ਇਹੋ ਜਿਹਾ ਕਾਨੂੰਨ ਬਣਾਤਾ ਜਿਹਦੇ ਨਾਲ ਕੀ ਆ ਆਪਣੇ ਜਿਹੜੇ ਰਾਈਟਸ ਆ ਜਿਹੜੇ, ਜਾਂ ਆਪਾਂ ਨੂੰ ਕੀ ਆ ਕੋਈ ਲੋਸ ਹੋ ਰਿਹਾ, ਜਾਂ ਜਨਤਾ ਦੀ ਕੀ ਸੁਣੀ ਨਹੀਂ ਜਾ ਰਹੀ, ਤਾਂ ਇਹਨੂੰ ਆਪਾਂ ਜੁਡੀਸ਼ੀਅਲ ਰਿਵਿਊ ਕਹਿੰਦੇ ਹਾਂ। ਕਿ ਉਹਨੂੰ ਕੀ ਹੈ, ਉਹਨੂੰ ਰਿਵਿਊ ਕੌਣ ਕਰੂਗਾ ਜੀ, ਜੁਡੀਸ਼ਰੀ ਦੇ ਵਿੱਚ ਕੌਣ ਨੇ, ਸੁਪਰੀਮ ਕੋਰਟ, ਹਾਈ ਕੋਰਟ ਐਂਡ ਅਦਰ ਲੋਕਲ ਕੋਰਟਸ। ਠੀਕ ਹੈ। ਤਾਂ ਇਹਨਾਂ ਨੂੰ ਇਹ ਜਿਹੜੇ ਲਾਜ਼ ਹੈ ਜਿਹੜੇ ਪਾਰਲੀਮੈਂਟ ਬਣਾਊਗੀ ਉਹਨਾਂ ਨੂੰ ਕੌਣ ਰਿਵਿਊ ਕਰੂਗਾ, ਸੁਪਰੀਮ ਕੋਰਟ ਜਾਂ ਹਾਈ ਕੋਰਟ ਰਿਵਿਊ ਕਰੂਗੀ। ਜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੂੰ ਲੱਗੂਗਾ ਕਿ ਜਿਹੜਾ ਪਾਰਲੀਮੈਂਟ ਨੇ ਜਿਹੜਾ ਇਹ ਲਾਅ ਬਣਾਇਆ ਆ ਇਹਦੇ ਨਾਲ ਕੀ ਹੈ ਫੰਡਾਮੈਂਟਲ ਰਾਈਟਸ ਆ ਜਿਹੜੇ ਵਾਇਲੇਟ ਹੋ ਰਹੇ ਆ, ਤਾਂ ਉਹ ਕਾਨੂੰਨ ਨੂੰ ਉਸੇ ਟਾਈਮ ਕੀ ਹੈ ਰੱਦ ਕਰ ਦੂਗੀ। ਅਤੇ ਜਿਹੜਾ ਇਹ ਜੁਡੀਸ਼ੀਅਲ ਰਿਵਿਊ ਆ ਇਹ ਆਇਆ ਸੀ ਮਾਰਟਰੀ ਵਰਸਸ ਮੈਡੀਸਨ ਕੇਸ 1803 ਤੋਂ ਆਇਆ ਆ। ਇਹ ਜਿਹੜੀ ਟਰਮ ਹੈ ਇਹ ਤੋਂ ਆਈ ਹੈ। ਅਤੇ ਕੱਲ੍ਹ ਆਪਾਂ ਕਰਾਂਗੇ ਜੀ ਆਰਟੀਕਲ ਅੱਗੇ 14 ਤੋਂ ਲੈ ਕੇ 32 ਤੱਕ ਜੋ ਵੀ ਆਰਟੀਕਲ ਹੋਣਗੇ ਉਹ ਆਪਾਂ ਪਾਰਟ ਵਾਈਜ਼ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ।